भाई ठीक ठाक है। ठीक ठाक तू सुना नहीं किदा। अल्लाह का शुक्र है ठीक ठाक फर्स्ट क्लास। बाद गया सी कितने बजे रात आ गए? हाँ ਅਸੀਂ ਸੁਬਾ ਪਹੁੰਚ ਗਏ ਸੀ ਇੱਥੇ ਆਪਣੇ ਤਹਜਦੀ ਅਜ਼ਾਨ ਹੋਈ ਹੋ ਰਹੀ ਸੀ ਜਦ ਅਸੀਂ ਇਨਸ਼ਾਅੱਲਾ ਇੱਥੇ ਪਹੁੰਚੇ ਆ। ਉੱਥੇ ਇਸਲਾਮਾਬਾਦ ਕਿੰਨੇ ਵਜੇ ਰਾਤ ਪਹੁੰਚ ਗਏ ਤੁਸੀਂ? ਉੱਥੇ ਅਸੀਂ ਚਲੇ ਗਏ ਸੀ ਤਕਰੀਬਨ 8:30 ਵਜੇ। ਅੱਛਾ 8:30 ਵਾਪਸੀ ਫਿਰ ਕਿੰਨੇ ਵਜੇ? ਵਾਪਸੀ ਬਸ ਘੰਟੇ ਕੇ ਬਾਅਦ ਫਿਰ ਉੱਥੇ ਉਮਰ ਨੂੰ ਚੜਾਉਣਾ ਸੀਗਾ। ਚੜਾ ਕੇ ਫੈਸਲਾਬਾਦ ਥਾਣੀ ਸੀ। ਫੈਸਲਾਬਾਦ ਥਾਣੀ ਗਿਆ ਸੀ ਹਾਂ ਇੱਥੋਂ ਦੀ। ਤੇ ਫਿਰ ਵਾਪਸੀ ਜਿਹੜੀ ਆ ਫਿਰ ਲਾਹੌਰ ਵਾਲ ਦੀ। ਥਕਾਵਟ ਤਾਂ ਨਹੀਂ ਹੋ ਗਈ? ਨਹੀਂ ਥਕਾਵਟ ਉੱਥੇ ਕਾਦੀ ਯਾਰ। ਹਾਂ ਥਕਾਵਟ ਕਾਦੀ ਹੋਣੀ। ਹੋਰ ਸਭ ਠੀਕ ਠਾਕ? ਅੱਲਾ ਦਾ ਸ਼ੁਕਰ ਆ ਤੂੰ ਸੁਣਾ ਕਿਦਾਂ ਠੀਕ ਠਾਕ? ਹਾਂਜੀ ਠੀਕ ਆ। ਤੇ ਤੂੰ ਅੱਜ ਕਿਦਾਂ? ਹਾਂ ਠੀਕ ਆ ਭਾਈ ਅੱਲਾ ਦਾ ਸ਼ੁਕਰ ਆ ਠੀਕ ਆ। ਤੇ ਉਹ ਭਾਜੀ ਮੈਂ ਤੇਰੇ ਕੋਲ ਗੱਲ ਪੁੱਛਣੀ ਸੀ ਕਿ ਆ ਕਾਸਮ ਅਲੀ ਸ਼ਾਹ ਦੀਆਂ ਮੈਂ ਅੱਜ ਕੱਲ੍ਹ ਬੜੀਆਂ ਸੋਸ਼ਲ ਮੀਡੀਆ ਤੇ ਗੱਲਾਂ ਸੁਣ ਰਿਹਾ ਤੇ ਇਹ ਮਤਲਬ ਕੌਣ ਹੈ, ਕੀ ਮਕਸਦ ਆ ਇਹਦਾ? ਇਹ ਕਾਸਮ ਅਲੀ ਸ਼ਾਹ ਯਾਰ ਬੜਾ ਮਸ਼ਹੂਰ ਮਰੂਫ ਬੰਦਾ ਪਾਕਿਸਤਾਨ ਦਾ। ਮੋਟੀਵੇਸ਼ਨਲ ਸਪੀਕਰ ਆ। ਅੱਛਾ ਲੈਕਚਰਸ ਵਗੈਰਾ ਦਿੰਦਾ ਵਾ। ਲੋਕ ਇਹਦੀਆਂ ਗੁਫ਼ਤਗੂ ਜਿਹੜੀ ਸੁਣਦੇ ਆ, ਗੱਲਾਂ ਬਾਤਾਂ ਇਹਦੀਆਂ ਸੁਣਦੇ ਆ। ਅੱਛਾ ਤੇ ਇਹਦੇ ਮੁਖਤਲਿਫ ਟੌਪਿਕਸ ਦੇ ਉੱਤੇ ਜਿਹੜੇ ਆ ਲੈਕਚਰਸ ਹੈਗੇ ਆ। ਕਿਤਾਬਾਂ ਵੀ ਇਹਨੇ ਕਈ ਲਿਖੀਆਂ। ਅੱਛਾ ਤੇ ਜਿਹੜੇ ਖਾਸ ਤੌਰ ਦੇ ਉੱਤੇ ਨੌਜਵਾਨ ਨਸਲ ਆ ਉਹਨਾਂ ਨੂੰ ਇਹ ਗਾਈਡ ਕਰਦੇ ਆ ਕਿ ਮਤਲਬ ਤੁਸੀਂ ਐਜੂਕੇਸ਼ਨ ਦੇ ਸਿਸਟਮ ਬੇਸਿਕਲੀ ਇੱਕ ਟੀਚਰ ਆ। ਅੱਛਾ ਤੇ ਅੱਛਾ ਬੰਦਾ ਵਾ। ਮੈਂ ਇਹਦੀਆਂ ਕਾਫੀ ਇਹ ਹੈਗੇ ਆ ਇੱਧਰ ਗੁਜਰਾਤ ਵਾਲੀ ਸਾਈਡ ਦੇ। ਹੁਣ ਰਹਿੰਦੇ ਤੇ ਵੈਸੇ ਲਾਹੌਰ ਆ ਲੇਕਿਨ ਪਿੱਛੋਂ ਅਗਰ ਮੈਂ ਗਲਤ ਨਹੀਂ ਹੈਗਾ ਤੇ ਇਸ ਇਲਾਕੇ ਦੇ ਆ। ਇਹ ਹੁਣ ਹੈ ਕੀ ਹੈ? ਮੋਟੀਵੇਸ਼ਨਲ ਸਪੀਕਰ ਆ। ਹੋਰ ਮਤਲਬ ਗੱਲਾਂ ਬਾਤਾਂ ਕਰਦਾ। ਇਹਨੇ ਆਪਣਾ ਇੱਕ ਫਾਊਂਡੇਸ਼ਨ ਵੀ ਇਹਨੇ ਬਣਾਈ ਹੋਈ ਆ। ਅੱਛਾ ਤੇ ਬੇਸਿਕਲੀ ਹੁਣ ਤਾਂ ਗਲਬਨ ਮੇਬੀ ਲਾਹੌਰ ਰਹਿੰਦੇ ਆ। ਉਹ ਪਿਛਲੇ ਦਿਨਾਂ 'ਚ ਇਹਨੇ ਇੱਕ ਇਮਰਾਨ ਖਾਨ ਦੇ ਬਾਰੇ 'ਚ ਕੋਈ ਮਤਲਬ ਆ ਕੇ ਗੁਫ਼ਤਗੂ ਕੀਤੀ ਆ। ਅੱਛਾ ਤੇ ਜਿਹੜੀ ਕਿ ਲੋਕਾਂ ਨੂੰ ਨਹੀਂ ਪਸੰਦ ਆਈ ਤੇ ਉਹ ਲੋਕ ਇਹਦੇ ਖਿਲਾਫ ਗੱਲਾਂ ਬਾਤਾਂ ਕਰ ਰਹੇ ਆ ਤੇ ਇਹਦੀ ਯਾਨੀ ਨਾ ਉਹ ਕਰ ਰਹੇ ਆ, ਇਹਦੇ ਤੇ ਤਨਕੀਦ ਕਰ ਰਹੇ ਆ। ਲੇਕਿਨ ਦੇਖੋ ਲੋਕਾਂ ਵੀ ਤੁਸੀਂ ਕਿਸੇ ਦੇ ਖਿਲਾਫ ਗੱਲ ਕਰਨ ਤੋਂ ਪਹਿਲੇ ਸੋਚੋ ਕਿ ਉਸ ਬੰਦੇ ਨੇ ਗੱਲ ਕੀਤੀ ਆ, ਉਹਦਾ ਪੁਆਇੰਟ ਆਫ ਵਿਊ ਆ, ਉਹਦਾ ਨੁਕਤਾ ਨਜ਼ਰ ਆ। ਸਹੀ। ਤੇ ਉਹ ਗੱਲ ਅਗਰ ਤੁਸੀਂ ਉਹਨਾਂ ਐਗਰੀ ਵੀ ਕਰਦੇ ਜਾਂ ਡਿਸਐਗਰੀ ਕਰਦੇ ਆ ਤੇ ਉਹਨੂੰ ਇੱਕ ਲਿਮਟ ਤੱਕ ਹੀ ਰੱਖੋ। ਹੁਣ ਇੱਕ ਬੰਦਾ ਵਾ, ਅਗਰ ਮੈਂ ਤੇਰੇ ਨਾਲ ਕੋਈ ਇਖਤਲਾਫ ਰਾਏ ਰੱਖਣਾ ਵਾ, ਤੂੰ ਮੇਰਾ ਭਾਈ ਆ, ਮੈਂ ਤੈਨੂੰ ਕਹਿ ਸਕਦਾ ਕਿ ਨਹੀਂ ਭਾਈ ਮਤਲਬ ਤੇਰੇ ਨੁਕਤਾ ਨਜ਼ਰ ਦੇ ਮੁਤਾਬਕ ਆਹ ਗੱਲ ਇੱਦਾਂ ਵਾ, ਮੇਰੇ ਪੁਆਇੰਟ ਆਫ ਵਿਊ ਨਾਲ ਆਹ ਗੱਲ ਇੱਦਾਂ ਵਾ। ਇਹਦੇ 'ਚ ਲੜਨ ਝਗੜਨ ਦੀ ਕਿਹੜੀ ਗੱਲ ਆ? ਹਰ ਬੰਦੇ ਦਾ ਆਪਣਾ ਨੁਕਤਾ ਨਜ਼ਰ ਆ, ਹਰ ਬੰਦੇ ਦਾ ਆਪਣਾ ਦਿਮਾਗ ਆ। ਉਹ ਇਦਾਂ ਹੀ ਆ। ਉਹ ਇੱਕ ਮੋਟੀਵੇਸ਼ਨਲ ਸਪੀਕਰ ਆ, ਗੱਲਬਾਤ ਕਰਦਾ ਵਾ। ਉਹਦੀ ਗੱਲ ਅਗਰ ਕਿਸੇ ਨੂੰ ਨਹੀਂ ਅੱਛੀ ਲੱਗਦੀ ਤੇ ਠੀਕ ਆ। ਲੇਕਿਨ ਮੋਟੀਵੇਸ਼ਨਲ ਸਪੀਕਰ ਜਿਹੜੇ ਆ ਉਹ ਤੈਨੂੰ ਪਤਾ ਪਾਕਿਸਤਾਨ ਦੇ ਵਿੱਚ ਜਿਹੜੇ ਉਹ ਹਕਾਇਕ ਦੇ ਉੱਤੇ ਤਾਂ ਜ਼ਿਆਦਾ ਗੱਲ ਨਹੀਂ ਕਰਦੇ। ਹਾਂਜੀ ਹੱਕ ਤੇ ਨਹੀਂ ਹੱਕ ਹੋਰ ਹੁੰਦਾ, ਹਕਾਇਕ ਜੋ ਕੁਝ ਹੋ ਰਿਹਾ ਮੁਲਕ ਦੇ ਵਿੱਚ ਉਹਦਾ ਸੋਲੂਸ਼ਨ ਕੀ ਆ। ਤੇ ਉਹ ਇੱਧਰ ਉੱਧਰ ਦੀਆਂ ਗੱਲਾਂ ਜਿਹੜੀਆਂ ਕਰਦੇ ਆ। ਬਹਰਹਾਲ ਤੁਸੀਂ ਅਗਰ ਨਹੀਂ ਵੀ ਐਗਰੀ ਕਰਦੇ ਤਾਂ ਠੀਕ ਆ, ਤੁਸੀਂ ਸੁਣ ਲਓ ਬਸ। ਆਪ ਜੇ ਤੁਹਾਨੂੰ ਅੱਛੀਆਂ ਲੱਗਦੀਆਂ ਠੀਕ ਆ, ਨਹੀਂ ਤਾਂ ਖਾਮੋਸ਼ ਰਹੋ। ਬੇਸਿਕਲੀ ਉਹ ਬੇਸਿਕਲੀ ਗੱਲ ਇੱਦਾਂ ਵਾ ਨਾ। ਹੁਣ ਦੇਖੋ ਮੈਂ ਫਰਜ਼ ਕਰੋ ਲੋਕਾਂ ਨੂੰ ਕਹਾਂ ਕਿ ਯਾਰ ਮੈਂ ਇੱਥੇ ਸਾਈਕਲ ਦੇ ਉੱਤੇ ਸ਼ਹਿਰ ਪੜ੍ਹਨ ਜਾਂਦਾ ਹੁੰਦਾ ਸੀ। ਠੀਕ ਹੈ ਜੀ। ਮੈਂ ਇੱਥੇ ਬਹੁਤ ਮੁਸ਼ਕਿਲ ਨਾਲ ਗੁਜ਼ਰ ਬਸਰ ਕਰ ਰਿਹਾ ਸੀ। ਕਿਸੇ ਨੂੰ ਤਾਂ ਕੋਈ ਨਹੀਂ ਹੁੰਦਾ। ਮੈਂ ਇੱਥੋਂ ਜੀ ਚਲਾ ਗਿਆ ਬਰਤਾਨੀਆ। ਉੱਥੇ ਜਾ ਕੇ ਜੀ ਮੈਂ ਕਾਰੋਬਾਰ ਕੀਤਾ, ਆਹ ਕੀਤਾ, ਮੈਂ ਵੱਡੀ ਗੱਡੀ ਰੱਖ ਲਈ, ਘਰ ਲੈ ਲਿਆ, ਮੇਰੇ ਅੱਜ ਇੰਨਾ ਬਿਜ਼ਨਸ ਆਇਆ ਉਹ ਆ। ਤੁਸੀਂ ਵੀ ਇੱਦਾਂ ਕਰ ਸਕਦੇ ਆ ਪਰ ਤੁਸੀਂ ਮੇਰੀ ਗਾਈਡਲਾਈਨ 'ਤੇ ਚੱਲੋ। ਲੋਕ ਕਹਿਣਗੇ ਅੱਛਾ ਜੀ ਕੀ ਆ ਮੇਰਾ ਕੋਰਸ ਜਿਹੜਾ ਵਾ ਇਹ ਤੁਸੀਂ ਕਰੋ ਆਨਲਾਈਨ, ਮੈਂ ਜੋ ਕੁਛ ਕਹਿ ਰਿਹਾ ਮੇਰੇ ਲੈਕਚਰ ਸੁਣੋ। ਇਹ ਇੱਕ ਬਿਜ਼ਨਸ ਆ। ਠੀਕ ਹੈ ਜੀ। ਮੋਟੀਵੇਸ਼ਨਲ ਸਪੀਕਰ ਜਿਹੜੇ ਆ ਦੇਖੋ ਹਰ ਬੰਦੇ ਦੇ ਹਾਲਾਤ ਜਿਹੜੇ ਆ ਉਹ ਦੂਸਰੇ ਨਾਲੋਂ ਮੁਖਤਲਿਫ ਹੁੰਦੇ ਆ। ਠੀਕ ਹੈ ਨਾ। ਹਰ ਬੰਦੇ ਦੀ ਸੋਚ ਦੂਸਰੇ ਨਾਲੋਂ ਮੁਖਤਲਿਫ ਆ। ਹਰ ਬੰਦੇ ਦੇ ਸਰਕਮਸਟੈਂਸਸ ਦੂਸਰੇ ਨਾਲੋਂ ਮੁਖਤਲਿਫ ਆ। ਇੱਕ ਕੁਲੀਆ ਹਰ ਬੰਦੇ ਤੇ ਫਿੱਟ ਨਹੀਂ ਆਉਂਦਾ। ਠੀਕ ਹੈ ਕਿ ਨਹੀਂ। ਹੁਣ ਇਹ ਜਿਹੜੇ ਮੋਟੀਵੇਸ਼ਨਲ ਸਪੀਕਰ ਆ ਇਹ ਗੱਲਾਂ ਤਾਂ ਕਰਦੇ ਆ ਲੇਕਿਨ ਇਹ ਕਿਸੇ ਚੀਜ਼ ਦਾ ਸੋਲੂਸ਼ਨ ਹੱਲ ਨਹੀਂ ਦਿੰਦੇ। ਠੀਕ ਹੈ ਜੀ। ਹੁਣ ਇੱਕ ਬੰਦਾ, ਮੈਂ ਤੁਹਾਨੂੰ ਮਿਸਾਲ ਦਿੰਦਾ ਕਿ ਇੱਕ ਬੰਦਾ ਗਰੀਬ ਆ, ਉਹਦੇ ਕੋਲ ਪੈਸੇ ਨਹੀਂ ਹੈਗੇ, ਉਹਦੇ ਘਰ ਦੇ ਹਾਲਾਤ ਮਾੜੇ ਆ, ਉਹਨੂੰ ਪੜ੍ਹਨ ਲਿਖਣ ਦਾ ਸ਼ੌਕ ਆ, ਉਹਦੇ ਘਰ 'ਚ ਜਵਾਨ ਭੈਣਾਂ ਉਹਦੀਆਂ ਜਾਂ ਖੁਦਾ ਨਾ ਖਾਸਤਾ ਵਾਲਦੈਨ ਬਿਮਾਰ ਆ, ਉਹ ਬੰਦਾ ਕੋਈ ਛੋਟੀ ਮੋਟੀ ਜੌਬ ਕਰ ਲੈਂਦਾ, ਉਹਦੀ ਪੜ੍ਹਾਈ ਡਿਸਟਰਬ ਹੁੰਦੀ ਆ, ਉਹ ਕੋਸ਼ਿਸ਼ ਵਿਚਾਰਾ ਕਰਦਾ ਵਾ ਕਿ ਮੈਂ ਕਿਸੇ ਤਰੀਕੇ ਨਾਲ ਪੜ੍ਹਾਈ ਆਪਦੀ ਜਾਰੀ ਰੱਖਾਂ। ਹੁਣ ਉਹਨੂੰ ਤੁਸੀਂ ਸਪੀਚਾਂ ਸੁਣਾਈ ਜਾਓ। ਠੀਕ ਹੈ ਜੀ। ਮੋਟੀਵੇਸ਼ਨਲ ਸਪੀਕਰ ਆ, 1000 ਲੱਖ ਕਰੋੜ ਇਕੱਠੇ ਹੋ ਜਾਣ, ਕਿਆ ਉਹਦੇ ਹਾਲਾਤ ਬਿਹਤਰ ਕਰ ਦੇਣਗੇ? ਨਹੀਂ। ਹਾਲਾਤ ਬਿਹਤਰ ਮੇਰੇ ਭਾਈ ਹੋਣਗੇ ਜਦ ਤੁਸੀਂ ਮੁਆਸ਼ਰੇ ਦੇ ਵਿੱਚ ਜਸਟਿਸ ਸਿਸਟਮ ਕਾਇਮ ਕਰਦੇ ਆ। ਹੁਣ ਆਪਣਾ ਮੁਆਸ਼ਰਾ ਪਤਾ ਕਿੱਦਾਂ ਬਣ ਗਿਆ? ਯਾਨੀ ਜਮਾਤਾਂ ਬਣ ਗਈਆਂ, ਮਜ਼ਹਬੀ ਔਰ ਸਿਆਸੀ। ਲੋਕ ਦੂਸਰੇ ਨੂੰ ਐਕਸੈਪਟ ਕਰਨ ਵਾਸਤੇ ਤਿਆਰ ਹੀ ਨਹੀਂ। ਫਲਾਣਾ ਲੀਡਰ ਆ, ਅਗਰ ਉਹ ਗੱਲ ਕਰਦਾ ਉਹ ਠੀਕ ਆ, ਫਲਾਣਾ ਲੀਡਰ ਉਹੀ ਗੱਲ ਕਰਦਾ ਉਹ ਗਲਤ ਆ। ਮੋਟੀਵੇਸ਼ਨਲ ਸਪੀਕਰ ਜਿਹੜੇ ਆ
ਜਿਹੜੇ ਇਦਾਂ ਦੇ ਤਕਰੀਰਾਂ ਕਰਨ ਵਾਲੇ ਆ ਉਹ ਕਹਿੰਦੇ ਵੀ ਸਾਡੀਆਂ ਤਕਰੀਰਾਂ ਸੁਣ ਕੇ ਮੁਲਕ ਠੀਕ ਹੋ ਜਾਣਾ। ਨਹੀਂ, ਮੁਲਕ ਠੀਕ ਹੋਣਾ ਜਦ ਤੁਸੀਂ ਮੁਲਕ ਦੇ ਵਿੱਚ ਜਸਟਿਸ ਸਿਸਟਮ ਕਾਇਮ ਕਰੋਗੇ। ਜੇ ਇਸ ਮੁਲਕ 'ਚ ਲਾਅ ਹੀ ਇੱਕ ਨਹੀਂ ਹੈਗਾ, ਹਾਂਜੀ, ਉਹ ਮੈਂ ਤੁਹਾਨੂੰ ਮਿਸਾਲ ਦਿੱਤੀ ਕਿ ਇੱਕ ਬੰਦਾ ਗਰੀਬ ਆ, ਉਹਦੇ ਘਰ 'ਚ ਖਾਣ ਨੂੰ ਕੁਝ ਨਹੀਂ ਹੈਗਾ, ਜਵਾਨ ਉਹਦੀਆਂ ਭੈਣਾਂ ਵਾ, ਘਰ 'ਚ ਉਹਦੇ ਵਾਲਦੈਨ ਬਿਮਾਰ ਬੈਠੇ ਆ, ਹਾਂਜੀ, ਉਹਦਾ ਹਾਲਾਤ ਕਿੱਦਾਂ ਬਿਹਤਰ ਹੋਣਗੇ? ਤਕਰੀਰਾਂ ਸੁਣ ਕੇ ਉਹਦੇ ਹਾਲਾਤ ਠੀਕ ਹੋਣੇ ਆ? ਨਹੀਂ, ਉਹਦੇ ਹਾਲਾਤ ਠੀਕ ਹੋਣੇ ਆ ਜਦੋਂ ਸਾਡੇ ਮੁਲਕ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਿਹਤਰ ਹੋਊਗੀ, ਕਾਨੂੰਨ ਅਮੀਰ ਔਰ ਗਰੀਬ ਲਈ ਇੱਕ ਹੋਊਗਾ, ਔਰ ਇੱਕ ਗਰੀਬ ਨੂੰ ਵੀ ਉਹੀ ਅਪਰਚੁਨਿਟੀ ਮਿਲੂਗੀ ਜਿਹੜੀ ਕਿ ਇੱਕ ਅਮੀਰ ਨੂੰ ਮਿਲਦੀ ਆ। ਗਰੀਬ ਦਾ ਬੱਚਾ ਉਹਨੂੰ ਵੀ ਮਸਾਵੀ ਅਪਰਚੁਨਿਟੀ ਮਿਲੂਗੀ ਜਿਹੜੇ ਅਮੀਰ ਦੇ ਬੱਚਿਆਂ ਨੂੰ ਮਿਲਦੀ ਆ। ਮੁਲਕ ਦੇ ਵਿੱਚ ਤਾਲੀਮ ਦਾ ਨਿਜ਼ਾਮ ਬਿਹਤਰ ਹੋਊਗਾ, ਹਰ ਬੰਦੇ ਨੂੰ ਐਜੂਕੇਸ਼ਨ ਜਿਹੜੀ ਆ ਉਹ ਪ੍ਰੋਪਰ ਮਿਲੇਗੀ, ਤਾਂ ਕਿ ਫਿਰ ਉਹ ਪਤਾ ਚੱਲੇਗਾ, ਇਨਸਾਫ ਫ੍ਰੀ ਮਿਲੇਗਾ, ਫਿਰ ਮੁਲਕ ਠੀਕ ਹੋਊਗਾ। ਇਹ ਸਪੀਚਾਂ ਸੁਣ ਕੇ ਮੁਲਕ ਨਹੀਂ ਠੀਕ ਹੋਣਾ। ਹੁਣ ਉਹਨੇ ਇਮਰਾਨ ਖਾਨ ਦੇ ਬਾਰੇ 'ਚ ਕੋਈ ਗੱਲ ਕੀਤੀ ਆ ਤੇ ਦੂਜੇ ਸਿਆਸਤਦਾਨ ਠੀਕ ਆ, ਲੇਕਿਨ ਫਿਰ ਉਹੀ ਗੱਲ ਆ ਕਿ ਅਗਰ ਤੁਸੀਂ ਉਹਦੀ ਗੱਲ ਨਾਲ ਐਗਰੀ ਨਹੀਂ ਕਰਦੇ ਤੇ ਤੁਸੀਂ ਨਾ ਮੰਨੋ ਉਹਦੀ ਗੱਲ। ਉਹ ਇਹ ਚੀਜ਼ਾਂ ਲੋਕ ਜਿਹੜੇ ਨਾ ਉਹ ਫਿਰ ਉਹਨੂੰ ਕੋਈ ਬੁਰਾ ਕਹਿ ਰਿਹਾ, ਕੋਈ ਅੱਛਾ ਕਹਿ ਰਿਹਾ, ਤੇ ਉਹ ਇਹ ਗੱਲਾਂ ਕਰ ਰਹੇ ਉੱਤੇ। ਤੇ ਬਹਰਹਾਲ ਹਰ ਬੰਦੇ ਦਾ ਆਪਣਾ ਆਪਣਾ ਨੁਕਤਾ ਨਜ਼ਰ ਹੈਗਾ ਵਾ, ਲੇਕਿਨ ਮੈਂ ਤਾਂ ਇਹੀ ਕਹੂੰਗਾ ਕਿ ਮਤਲਬ ਤੁਸੀਂ ਅਗਰ ਗੱਲਬਾਤ ਕਰਨੀ ਆ ਤੇ ਉਹਨੂੰ ਦਲਾਇਲ ਨਾ ਕਰੋ, ਤੇ ਲੇਕਿਨ ਆਪਣੀ ਕੌਮ ਕਿਸੇ ਪਾਰਟੀ ਦਾ ਹੈਗਾ? ਨਹੀਂ, ਉਹ ਪਾਰਟੀ ਦਾ ਨਹੀਂ, ਕਿਸੇ ਦਾ ਹੈਗਾ। ਉਹ ਤਾਂ ਕਹਿੰਦਾ ਨਹੀਂ ਹੈਗਾ, ਮੇ ਵੀ ਹੋਵੇ ਹੀ। ਹੁਣ ਦੇਖੋ ਜੀ, ਮੈਂ ਤੇ ਜਿੰਨਾ ਕਿ ਮੈਂ ਉਹਨੂੰ ਜਾਣਦਾ ਵਾਂ ਕਿ ਉਹ ਇੱਕ ਅੱਛਾ ਇਨਸਾਨ ਆ ਤੇ ਉਹ ਆਪਦੀ ਤਕਰੀਰ ਵਗੈਰਾ ਕਰਦਾ ਵਾ। ਤੁਹਾਡਾ ਮਕਸਦ ਗੱਲ ਕਰਨ ਦਾ ਇਹ ਹੈ ਕਿ ਤਕਰੀਰਾਂ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੋ? ਨਹੀਂ, ਤਕਰੀਰਾਂ ਕਰੋ, ਗੱਲਬਾਤ ਦੇਖੋ ਕਰੋ ਨਾ, ਲੇਕਿਨ ਜਿਹੜੇ ਮੁਲਕ ਦੇ ਇਸ਼ੂ ਹੈਗੇ ਆ, ਹਾਲਾਤ ਜਿਹੜੇ ਆ ਉਹ ਬਦਲਨੇ ਆ ਗੌਰਮੈਂਟ ਦੀਆਂ ਪਾਲਿਸੀਆਂ ਨਾਲ, ਉਹ ਬਦਲਨੇ ਆ ਜਸਟਿਸ ਸਿਸਟਮ ਨਾਲ, ਉਹ ਬਦਲਨੇ ਆ ਜਦੋਂ ਸਾਡੇ ਹੁਕਮਰਾਨ, ਸਾਡੇ ਅਦਾਰੇ ਉਹ ਮੁਸਬਤ ਡਾਇਰੈਕਸ਼ਨ ਦੇ ਵਿੱਚ ਮਿਲ ਕੇ ਚੱਲਣਗੇ ਔਰ ਅਮੀਰ ਔਰ ਗਰੀਬ ਲਈ ਇੱਕ ਲਾਅ ਬਣੇਗਾ, ਉਦੋਂ ਹਾਲਾਤ ਠੀਕ ਹੋਣੇ ਆ। ਅਦਰਵਾਈਜ਼ ਇਹਦਾ ਕੋਈ ਨਤੀਜਾ ਨਹੀਂ ਨਿਕਲਣਾ। ਹੁਣ ਤਕਰੀਰਾਂ ਵਾ, ਕਾਸਮ ਅਲੀ ਸ਼ਾਹ ਅਰਗੇ ਲੱਖ ਬੰਦਾ ਹੋਰ ਇਕੱਠਾ ਹੋ ਜਾਵੇ, ਉਹ ਤਕਰੀਰਾਂ ਕਰੀ ਜਾਵੇ ਜੀ, ਏਦਾਂ ਕਰ ਲਓ ਜੀ, ਇਹ ਕਰ ਲਓ, ਆਹ ਕੋਰਸ ਕਰ ਲਓ, ਆਹ ਹਾਲਾਤ ਕੀ ਠੀਕ ਹੋਣੇ ਆ? ਸਾਡੀ ਕੌਮ ਜਿਹੜੀ ਆ ਜਦ ਤੱਕ ਇਹਨੇ ਖੁਦ ਕਰਪਸ਼ਨ, ਬੇਈਮਾਨੀ, ਬਦ ਕਿਰਦਾਰੀ ਦੇ ਸਾਹਮਣੇ ਖੜੀ ਨਾ ਹੋਈ, ਉਨੀ ਦੇਰ ਤੱਕ ਸਾਡਾ ਮੁਲਕ ਠੀਕ ਨਹੀਂ ਹੋ ਸਕਦਾ। ਤਕਰੀਰਾਂ ਕਾਨੂੰ ਕਰੀ ਜਾਓ, ਤੁਸੀਂ ਬੈਠੇ ਕਰੀ ਜਾਓ, ਹੈ। ਹੁਣ ਜਿਹੜਾ ਵਾ ਸਾਊਦੀ ਅਰਬ ਨੇ ਤਰੱਕੀ ਕੀਤੀ ਆ, ਜਾਂ ਆਪਣੇ ਜਿਹੜੇ ਇਸਲਾਮਿਕ ਕੰਟਰੀਆਂ ਉਹਨਾਂ ਨੇ ਤਰੱਕੀ ਕੀਤੀ ਆ, ਜਾਂ ਬਰਤਾਨੀਆ, ਅਮਰੀਕਾ, ਕੈਨੇਡਾ ਨੇ ਤਰੱਕੀ ਕੀਤੀ ਆ, ਉਹਨਾਂ ਨੇ ਸਾਇੰਸ ਔਰ ਟੈਕਨੋਲੋਜੀ 'ਚ ਤਰੱਕੀ ਕੀਤੀ ਆ, ਉਹਨਾਂ ਨੇ ਆਪਦੇ ਮੁਲਕ ਦੇ ਵਿੱਚ ਕਾਨੂੰਨ ਅਮੀਰ ਔਰ ਗਰੀਬ ਲਈ ਇੱਕ ਕੀਤਾ ਵਾ, ਉਹਨਾਂ ਨੇ ਆਪਦਾ ਜਸਟਿਸ ਸਿਸਟਮ ਬਿਹਤਰ ਕੀਤਾ। ਉਹਨਾਂ ਨੇ ਤਕਰੀਰਾਂ ਕਰਕੇ ਤਰੱਕੀ ਤਾਂ ਨਹੀਂ ਕੀਤੀ ਵੀ ਮੋਟੀਵੇਸ਼ਨਲ ਸਪੀਕਰ ਆ ਉਹ ਬਹਿ ਜਾਣ। ਮੁਲਕ ਤੁਹਾਡਾ ਜਿਹੜਾ ਉਹ ਬੈਂਕਰਪਟ ਹੋਣ ਦੇ ਦਹਾਨੇ ਤੇ ਆਇਆ ਆ, ਹਾਂਜੀ, ਪੈਸਾ ਮਨੀ ਲਾਂਡਰ ਹੋ ਕੇ ਬਾਹਰ ਚੱਲ ਜਾਂਦਾ, ਕੋਈ ਪੁੱਛਣ ਦੱਸਣ ਵਾਲਾ ਨਹੀਂ, ਹਾਂਜੀ। ਇਸ ਮੁਲਕ ਦੇ ਵਿੱਚ ਅਮੀਰ ਬੰਦਾ ਜਿਹੜਾ ਉਹਦੇ ਲਈ ਕੋਈ ਕਾਇਦਾ ਕਾਨੂੰਨ ਨਹੀਂ, ਉਹ ਜੋ ਮਰਜ਼ੀ ਕਰਦਾ ਫਿਰੇ। ਗਰੀਬ ਬੰਦਿਆਂ ਨੂੰ ਤੁਸੀਂ ਫੜ ਕੇ ਤੇ ਉਹਨਾਂ ਨੂੰ ਦਬਾ ਦਿੰਦੇ ਆ। ਜਦ ਇਦਾਂ ਦੇ ਹਾਲਾਤ ਹੋਣਗੇ, ਤਕਰੀਰਾਂ ਉੱਥੇ ਕੀ ਕਰਨਗੀਆਂ? ਆਵਾਮ ਨੂੰ ਬੇਵਕੂਫ ਸਮਝਦਾ। ਲੇਕਿਨ ਹੁਣ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਲੋਕਾਂ ਨੇ ਰਿਜੈਕਟ ਕਰਤੇ ਆ ਇਹ ਕਰਪਟ ਜਿਹੜੇ ਮਾਫੀਆ ਟੋਲੇ ਹੈਗੇ ਆ, ਲੋਕ ਨਹੀਂ ਐਕਸੈਪਟ ਕਰ ਰਹੇ ਕਿ ਅਸੀਂ ਕਿਉਂ ਐਕਸੈਪਟ ਕਰੀਏ। ਇਹ ਇਦਾਂ ਦੇ ਹੁਣ ਬੰਦੇ ਜਿਹੜੇ ਤਕਰੀਰਾਂ ਕਰਨ ਵਾਲੇ ਇਹ 100 ਕਹੀ ਜਾਣ, ਨਹੀਂ ਜੀ ਆਹ ਲੀਡਰ ਚੰਗਾ, ਆਹ ਲੀਡਰ ਚੰਗਾ। ਲੀਡਰ ਕਿਹੜਾ ਚੰਗਾ? ਲੀਡਰ ਉਹ ਚੰਗਾ ਜਿਹੜਾ ਆਵਾਮ ਦੇ ਹਕੂਕ ਦੀ ਗੱਲ ਕਰੇ। ਲੀਡਰ ਉਹ ਚੰਗਾ ਜਿਹੜਾ ਕਵੇ ਕਿ ਯਾਰ ਇਸ ਮੁਲਕ 'ਚ ਜਸਟਿਸ ਸਿਸਟਮ ਹੋਣਾ ਚਾਹੀਦਾ, ਜਿਹੜਾ ਤਾਕਤਵਰ ਲਈ ਕਾਨੂੰਨ ਆ, ਕਮਜ਼ੋਰ ਲਈ ਵੀ ਉਹੀ ਕਾਨੂੰਨ ਹੋਣਾ ਚਾਹੀਦਾ, ਫਿਰ ਮੁਲਕ ਠੀਕ ਹੋਊਗਾ। ਬਸ ਆਹ ਗੱਲ ਆ ਉਹਦਾ।